ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸੁਰਿੰਦਰਪਾਲ ਸਿੰਘ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਬਾਈ ਸੰਦੀਪ ਖਾਨ ਜੀ, ਜੋ ਜਲ ਸਪਲਾਈ ਤੇ ਸੈਨੀਟੇਸ਼ਨ ਜਿਹੜਾ ਕੰਟਰੈਕਟ ਬੇਸ ਤੇ ਵਰਕਰ ਯੂਨੀਅਨ ਦੇ ਆਗੂ ਨੇ। ਇਹਨਾਂ ਤੋਂ ਸਮਝਾਂਗੇ ਵੀ ਜਿਹੜਾ ਕੱਚੇ ਕੰਮੇ ਆ ਜਾਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਪੱਕੇ ਕਰਤੇ, ਜਿਵੇਂ ਪਹਿਲਾਂ ਕੈਪਟਨ ਸਰਕਾਰ ਵੇਲੇ ਫਿਰ ਚੰਨੀ ਸਾਹਿਬ ਆ ਗਏ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਵੀ ਜਿਹੜਾ ਕੱਚੇ ਕੰਮੇ ਦਾ ਚੱਲਦਾ ਹੈ 36000 ਪੱਕਾ ਕਰਾਂਗੇ। ਉਹ ਕਿਵੇਂ ਗੱਲਬਾਤ ਹੈ ਬਾਈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਿਹੜਾ ਤੁਹਾਡੇ ਮਹਿਕਮੇ ਜਲ ਸਪਲਾਈ ਤੇ ਸੈਨੀਟੇਸ਼ਨ 'ਚ ਕਿੰਨੇ ਕੁ ਕੱਚੇ ਮੁਲਾਜ਼ਮ ਹੈਗੇ ਆ? ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਦੇ ਵੱਲੋਂ ਜਿਹੜਾ ਸੂਬੇ ਦਾ ਸੂਬਾ ਮੀਤ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਤੋਂ ਸੰਦੀਪ ਖਾਨ ਵਾਲਿਆਂ ਵਾਲੀ, ਔਰ ਸਾਡੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੱਚੇ ਕੰਮ ਕਰਦੇ ਆ ਆਊਟਸੋਰਸ ਤੇ ਠੇਕੇਦਾਰੀ ਸਿਸਟਮ ਤੇ ਲਿਸਟਮੈਂਟ ਰਾਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ 3500 ਜਿਹੜੀ ਕਾਮੇ ਆ ਉਹ ਕੰਮ ਕਰ ਰਹੇ ਆ ਤੇ ਲਗਾਤਾਰ 10 ਸਾਲ ਹੋ ਗਏ, 15 ਸਾਲ ਹੋ ਗਏ ਕਿਸੇ ਨੂੰ ਕੰਮ ਕਰਦਿਆਂ ਨੂੰ, ਤੇ ਕਿਸੇ ਦੀ ਉਮਰ ਦੇ ਹਿਸਾਬ ਨਾਲ ਜਿਹੜਾ ਹੁਣ ਉਹ ਲੰਘ ਚੁੱਕੀ ਹੈ। ਭਰਤੀਆਂ ਦਾ ਫਿਰ ਅਲੱਗ-ਅਲੱਗ ਰਿਹਾ ਠੇਕੇਦਾਰੀ ਬਾਰੇ, ਜਿਵੇਂ ਅਧਿਆਪਕਾਂ 'ਚ ਹੁੰਦਾ ਵੀ ਕੋਈ ਇੰਨੀ ਤਨਖਾਹ 'ਤੇ ਹੈ, ਇਹਦਾ ਜਿਹੜਾ ਪ੍ਰਕਿਰਿਆ ਸੀਗੀ ਭਰਤੀ ਦੀ ਉਹ ਕਿਵੇਂ ਸੀਗੀ? ਸਿੱਧੇ ਮਹਿਕਮੇ ਨੇ ਠੇਕੇ ਰੱਖੇ ਜਾਂ ਠੇਕੇਦਾਰੀ ਵੈਸੇ ਵੀ ਹੈਗੀ ਵੀ ਇੱਕ ਬੰਦੇ ਨੂੰ ਠੇਕਾ ਦੇਤਾ? ਦੇਖੋ, ਜਿਹੜੀ ਭਰਤੀ ਦੀ ਗੱਲ ਕਰੀਏ, ਜਿਹੜੇ ਜਲ ਸਪਲਾਈ ਦੇ ਜਿੰਨੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਆ, ਔਰ ਫੀਲਡ ਕਾਮਿਆਂ ਦੀ ਗੱਲ ਕਰੀਏ ਉਹਦੇ ਵਿੱਚ ਮਾਲੀ ਕਾਮੇ ਆ, ਬੇਲਦਾਰ ਹੈ, ਪੰਪ ਰੇਟਰ ਹੈ, ਕੀਮੈਨ ਹੈ, ਜਿਹੜੇ ਕੀਮਨ ਔਰ ਲੀਕੇਜਾਂ ਠੀਕ ਕਰਦੇ ਨੇ। ਇਹ ਜਿਹੜੇ ਕਾਮੇ ਆ ਇਹ ਸਰਕਾਰ ਨੇ ਜਦੋਂ ਰੱਖੇ ਆ, ਕਿਸੇ ਨੇ SDO ਨੇ ਰੱਖਿਆ, ਕਿਸੇ ਨੇ ਐਕਸ਼ਨ ਨੇ ਰੱਖਿਆ, ਡਿਵੀਜ਼ਨ ਦੇ ਵਿੱਚ ਜਈਆਂ ਨੇ ਰੱਖੇ ਆ, ਉਹਨਾਂ ਦੇ ਥਰੂ ਜਿਹੜੇ ਇਹ ਕਾਮੇ ਉਹ ਭਰਤੀ ਕੀਤੇ ਗਏ ਆ। ਪਰ ਜੇ ਅਸੀਂ ਗੱਲ ਕਰੀਏ ਵੀ ਸਰਕਾਰ ਨੇ ਕੋਈ ਚੈਨਲ ਥਰੂ ਭਰਤੀ ਨਹੀਂ ਕੀਤੀ ਸੀਗੀ। ਜੇ ਸਰਕਾਰ ਨੂੰ ਸਾਡੇ ਕਾਮਿਆਂ ਦੀ ਲੋੜ ਸੀ ਤਾਂ ਉਹਨਾਂ ਦੀ ਭਰਤੀ ਕੀਤੀ ਗਈ ਹੈ, ਔਰ ਉਹਨਾਂ ਨੇ ਜਿਹੜਾ ਸਰਕਾਰ ਦਾ ਹੀ ਕੰਮ ਕਰ ਰਹੇ ਨੇ। ਤੇ ਬਠਿੰਡੇ ਦੇ ਵਿੱਚ ਇਹ ਕਿੰਨੇ ਕੰਮ ਹੈਗੇ ਜੀ? ਜੇ ਤਕਰੀਬਨ ਲਾਈਏ ਵੀ ਬਠਿੰਡੇ ਦੇ ਵਿੱਚ 150-200 ਕੰਮ ਆ ਜਿਹੜਾ ਕੱਚਾ ਕੰਮ ਆ ਇੱਥੇ ਬੈਠਾ ਹੈਗਾ ਜਲ ਸਪਲਾਈ ਡਿਪਾਰਟਮੈਂਟ ਦਾ। ਪਰ ਉਸ ਤੋਂ ਉੱਪਰ ਉੱਠ ਕੇ ਜਿਹੜੇ ਜਥੇਬੰਦੀ ਦੇ ਥਰੂ ਦੀ ਜੇ ਗੱਲ ਕਰੀਏ ਤਾਂ ਤਕਰੀਬਨ ਸਾਡੇ ਕੋਲੇ 60 ਤੋਂ 65 ਜਿਹੜੇ ਵਰਕਰ ਸਾਥੀ ਨੇ ਉਹਨਾਂ ਦੀ ਗਿਣਤੀ ਹੈਗੀ। ਇਹ ਜਿਹੜਾ ਤੁਹਾਡਾ ਮਸਲਾ ਹੈਗਾ ਇਹਦੇ ਬਾਰੇ ਤੁਸੀਂ ਪਹਿਲਾਂ ਸਰਕਾਰ ਤੋਂ ਪਹਿਲਾਂ ਕਿਹੜੇ ਬੰਦਿਆਂ ਨੂੰ ਮਿਲੇ ਹੋ? ਕਾਂਗਰਸ ਵੇਲੇ ਗੱਲਬਾਤ ਹੋਈ? ਦੇਖੋ ਜੀ, 10 ਤੋਂ 15 ਸਾਲ ਹੋ ਗਏ। ਜੇ ਅਸੀਂ ਸਰਕਾਰਾਂ ਦੀ ਗੱਲ ਕਰੀਏ ਤਾਂ 70 ਸਾਲ ਹੋ ਗਏ ਸਾਡੇ ਸਰਕਾਰਾਂ ਦੇ ਵਿੱਚ। ਜਿਹੜੋ ਚੱਲ ਰਿਹਾ, ਪਹਿਲਾਂ ਗੋਰੇ ਅੰਗਰੇਜ਼ ਸੀਗੇ ਆਏ ਸੀ ਇੱਥੇ, ਉਹਨਾਂ ਨੂੰ ਭਜਾਇਆ, ਤਾਂ ਅੱਜ ਇੱਥੇ ਮੌਜੂਦਾ ਜਿਹੜੀਆਂ ਸਰਕਾਰਾਂ ਦੇ ਵਿੱਚ ਨੁਮਾਇੰਦੇ ਆਉਂਦੇ ਆ, ਮੰਤਰੀ ਆਉਂਦੇ ਆ, MLA ਆਉਂਦੇ ਆ, ਇਹ ਕਾਲੇ ਅੰਗਰੇਜ਼ ਸਾਡੇ ਤੇ ਜਿਹੜੇ ਹਕੂਮਤ ਚਲਾ ਰਹੇ ਆ। ਉਸ ਦੇ ਨਾਲ ਪਹਿਲਾਂ ਜਦੋਂ 2016 ਦੀ ਗੱਲ ਕਰੀਏ, ਅਕਾਲੀ ਦਲ ਸਰਕਾਰ ਸੀ। ਅਕਾਲੀ ਦਲ ਸਰਕਾਰ ਦੇ ਵੇਲੇ ਜਿਹੜੇ ਠੇਕਾ ਕਾਮੇ ਅਲੱਗ-ਅਲੱਗ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਆ, ਜਿਵੇਂ ਜਲ ਸਪਲਾਈ ਡਿਪਾਰਟਮੈਂਟ ਹੋ ਗਿਆ, ਔਰ ਉਸ ਤੋਂ ਬਾਅਦ ਥਰਮਲ ਕਾਮੇ ਨੇ, 3 ਥਰਮਲ ਨੇ ਪੰਜਾਬ ਦੇ ਵਿੱਚ, ਉਹ ਕਾਮੇ ਨੇ। ਉਸ ਤੋਂ ਬਾਅਦ PRTC ਪਨਬਸ ਟੀਚਰ ਹੋ ਗਏ, ਟੀਚਰ ਫਰੰਟ, ਔਰ ਡਾਕਟਰ ਦੇ ਜਿਹੜੇ ਅਧਿਆਪਕ ਜਥੇਬੰਦੀ ਬਣੀ ਹੋਈ ਹੈ। 2016 ਦੇ ਵਿੱਚ ਇਹਨਾਂ ਸਾਰੇ ਕੱਚੇ ਕਾਮਿਆਂ ਦੇ ਵੱਲੋਂ ਇੱਕ ਮੈਜੋਰਟੀ ਬਣਾ ਕੇ ਇੱਕ ਬੈਨਰ ਦੇ ਹੇਠ ਇਕੱਠੇ ਹੋਏ ਗਏ ਸੀਗਾ। ਤਾਂ 2016 ਦੇ ਵਿੱਚ ਉਸ ਟਾਈਮ 'ਤੇ ਬਾਦਲ ਸਰਕਾਰ ਦੇ ਖਿਲਾਫ, ਅਕਾਲੀ ਦਲ ਸਰਕਾਰ ਦੇ ਖਿਲਾਫ ਜਿਹੜਾ ਇਹ ਸੰਘਰਸ਼ ਵਿੱਢਿਆ ਗਿਆ ਸੀਗਾ। ਉਸ ਟਾਈਮ ਬੜਾ ਸੰਘਰਸ਼ ਚੱਲਿਆ। ਲਗਾਤਾਰ ਸੰਘਰਸ਼ ਹੋਣ ਦੇ ਬਾਵਜੂਦ ਰਾਮਪੁਰਾ ਦੀ ਧਰਤੀ 'ਤੇ ਫਾਟਕਾਂ ਦੇ ਲਗਾਤਾਰ 7 ਦਿਨ ਬੈਠ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਜਿਹੜਾ ਇਤਿਹਾਸ ਰਚਿਆ ਸੀਗਾ। ਤੇ ਅਕਾਲੀ ਦਲ ਸਰਕਾਰ ਦੇ ਵੇਲੇ 2016 ਐਕਟ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਜਿਹੜਾ ਸੰਘਰਸ਼ ਕੀਤਾ ਸੀ, ਸੰਘਰਸ਼ ਦੇ ਤਹਿਤ 2016 ਐਕਟ ਬਣਿਆ ਸੀ। ਉਸ ਤੋਂ ਬਾਅਦ ਜਦੋਂ ਚੋਣਾਂ ਆਈਆਂ, ਚੋਣਾਂ ਦੇ ਦੌਰਾਨ ਐਕਟ ਉਹ ਜਿਹੜਾ ਜਿਉਂਦੀ ਤਿਉਂ ਖੜਾ ਰਹਿ ਗਿਆ। ਫਿਰ ਕਾਂਗਰਸ ਦੀ ਸਰਕਾਰ ਆਈ, ਕੈਪਟਨ ਦੀ ਸਰਕਾਰ ਆਈ। ਅਸੀਂ ਮੰਗ ਕੀਤੀ ਵੀ 2016 ਐਕਟ ਜਿਹੜਾ ਅਕਾਲੀ ਦਲ ਸਰਕਾਰ ਨੇ ਬਣਾਇਆ ਉਸ ਐਕਟ ਨੂੰ ਲਾਗੂ ਕੀਤਾ ਜਾਵੇ, ਕਿਉਂਕਿ ਉਹ ਜਿਹੜੇ ਠੇਕਾ ਕਾਮੇ ਨੇ ਇਹ ਕੱਚੇ ਕਾਮੇ ਆ, ਆਊਟਸੋਰਸ ਰਾਹੀਂ ਆ, ਲਿਸਟਮੈਂਟ ਰਾਹੀਂ ਆ, ਚਾਹੇ ਉਹ ਠੇਕੇਦਾਰਾਂ ਦੇ ਥਰੂ ਭਰਤੀ ਹੋਏ ਵੇ ਆ, ਇਹਨਾਂ ਕਾਮਿਆਂ ਦੇ ਤਹਿਤ 2016 ਐਕਟ ਬਣਾਇਆ ਸੀ। ਪਰ ਜਦੋਂ ਜਿਹੜੀ ਕੈਪਟਨ ਸਰਕਾਰ ਆਈ ਹੈ, ਆਉਂਦਿਆਂ ਸਾਰ ਉਸ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਉਸ ਐਕਟ ਨੂੰ ਤੋੜ ਭੰਨ ਕੀਤੀ।
ਉਸ ਐਕਟ ਨੂੰ ਉੱਥੇ ਹੀ ਰੋਲ ਦਿੱਤਾ। ਇਹ ਐਕਟ ਦੇ ਵਿੱਚ ਕੀ ਸੀਗਾ, ਕੀ ਸਹੂਲਤਾਂ ਸੀਗੀਆਂ ਕੰਮ ਉਸ ਦਾ ਜਿਹੜਾ ਐਕਟ ਹੈ, ਮੇਨ ਗੱਲ ਤਾਂ ਇਹ ਸੀ ਵੀ ਜਿਹੜਾ 10 ਸਾਲ ਤੋਂ ਕੰਮ ਕਰਦਾ ਆ ਰਿਹਾ ਹੈ ਉਹਨੂੰ ਤਜਰਬੇ ਦੇ ਆਧਾਰ ਤੇ ਰੱਖਿਆ ਗਿਆ ਸੀਗਾ ਵੀ ਠੀਕ ਹੈ, ਜੇ 10 ਸਾਲ ਬੰਦਾ ਕੰਮ ਕਰਦੇ ਨੂੰ ਹੋ ਗਿਆ ਤਾਂ ਉਹ ਅੱਜ ਦੇ ਦੌਰਾਨ ਇਹ ਕਾਨੂੰਨੀ ਤੌਰ ਤੇ ਵੀ ਜਿਹੜਾ 10 ਸਾਲ ਦੇ ਬੰਦੇ ਨੂੰ ITI ਦੇ ਬਰਾਬਰ ਮੰਨਿਆ ਜਾਂਦਾ ਹੈ, ਕਿਉਂਕਿ 10 ਸਾਲ ਦਾ ਤਜਰਬਾ ਹੋ ਜਾਂਦਾ ਹੈ ਤੇ ਇੱਕ ਪਾਸੇ ਇੱਕ ਬੰਦੇ ਕੋਲੇ 3 ਸਾਲ ਦਾ 2 ਸਾਲ ਦੀ ITI ਹੈਗੀ ਆ, ਉਹ ਇੱਕ ਗੱਲ ਦੀ ਮਿਹਣੇ ਰੱਖਦੀ ਹੈ ਤਜਰਬੇ ਦੇ ਆਧਾਰ ਤੇ। ਫਿਰ ਜਿਹੜੇ ਕੰਮ ਇਹ 3 ਸਾਲ 5 ਸਾਲ ਦੇ ਮੁਤਾਬਕ ਉਸ ਤਹਿਤ ਬਣਾਇਆ ਗਿਆ ਸੀਗਾ ਵੀ ਉਹ ਜਿਹੜੇ ਕੱਚੇ ਕੰਮ ਆ ਜਿਹੜੇ ਐਕਟ ਤੋਂ ਬਾਹਰ ਆ ਰਹੇ ਸੀਗੇ ਉਹਨਾਂ ਨੂੰ ਉਸ ਐਕਟ ਦੇ ਵਿੱਚ ਲਿਆ ਗਿਆ ਸੀ। ਮੰਨ ਲਓ ਜੇ 5 ਸਾਲ ਦਾ ਸਰਕਾਰ ਤਜਰਬਾ ਰੱਖਦੀ ਸੀ ਵੀ 5 ਸਾਲ ਦੇ ਬੰਦਿਆਂ ਨੂੰ ਲਿੱਤਾ ਜਾਣਾ, ਤਾਂ ਜਿਹੜੇ 3 ਸਾਲ ਰਹਿ ਗਏ ਜਦੋਂ 5 ਸਾਲ ਹੋ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ 5 ਸਾਲ ਹੁੰਦਿਆਂ ਹੀ ਜਿਹੜਾ ਰੈਗੂਲਰ ਦੀ ਪੌੜੀ ਤੇ ਜਿਹੜਾ ਲਿੱਤਾ ਜਾਣਾ। ਹੁਣ ਫਿਰ ਜਦੋਂ ਕੈਪਟਨ ਸਾਹਿਬ ਤੋਂ ਬਾਅਦ ਚੰਨੀ ਸਾਹਿਬ ਆਏ ਉਦੋਂ ਫਿਰ ਗੱਲਬਾਤ ਕੀ ਹੋਈ ਕੋਈ ਗੱਲਬਾਤ ਤੁਰੀ, ਜਿਵੇਂ ਕਹਿੰਦੇ 36000 ਕਾਮੇ ਪੱਕੇ ਕਰਨੇ ਆ, ਉਹ ਰੌਲਾ ਹੁਣ ਵੀ ਪਈ ਜਾਂਦਾ ਜਿਵੇਂ। ਬਿਲਕੁਲ ਜੀ, ਜਿਹੜੀ ਤੁਸੀਂ ਆ 36000 ਕਾਮਿਆਂ ਦੀ ਗੱਲ ਕੀਤੀ ਹੈ, ਕੈਪਟਨ ਸਰਕਾਰ ਨੇ ਇਸ ਗੱਲ ਤੇ ਗੌਰ ਨਹੀਂ ਕੀਤੀ। ਲਗਾਤਾਰ ਸੰਘਰਸ਼ ਚੱਲਦੇ ਰਹੇ ਹੈ ਸਾਡੇ ਕਾਮਿਆਂ ਦੇ ਵੱਲੋਂ। ਕੱਚੇ ਕਾਮਿਆਂ ਨੇ ਥਾਂ ਥਾਂ ਤੇ ਧਰਨੇ ਵੀ ਲਾਏ ਆ ਹਰ ਜਗ੍ਹਾ ਤੇ। ਸਰਕਾਰ ਦੇ ਨਾਲ ਕੈਪਟਨ ਦਾ ਇੱਕ ਰਵੱਈਆ ਸੀਗਾ, ਧਰਨੇ ਲੱਗਦੇ ਸੀ, ਮੀਟਿੰਗਾਂ ਦੇ ਦਿੰਦੇ ਸੀਗੇ, ਪਰ ਕੈਪਟਨ ਦਾ ਖੁਦ ਮੀਟਿੰਗ ਤੇ ਬੈਠਣ ਨੂੰ ਤਿਆਰ ਨਹੀਂ ਸੀਗਾ। ਮੀਟਿੰਗਾਂ ਦੇ ਕੇ ਸਰਕਾਰ ਮੁੱਕਰਦੀ ਰਹੀ ਹੈ। ਉਸ ਤੋਂ ਬਾਅਦ ਜਦੋਂ ਕੈਪਟਨ ਨੇ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ, ਉਸ ਟਾਈਮ ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵੱਲੋਂ ਸੰਘਰਸ਼ ਚੱਲ ਰਿਹਾ ਸੀ ਪਟਿਆਲੇ ਦੀ ਧਰਤੀ 'ਤੇ। ਚੌਂਕ ਦੇ ਵਿੱਚ ਲਗਾਤਾਰ ਜਿਹੜਾ ਪੱਕਾ ਮੋਰਚਾ ਲਾਇਆ ਸੀ। ਚੱਲਦੇ ਸੰਘਰਸ਼ ਦੇ ਦੌਰਾਨ ਸਰਕਾਰ ਨੇ ਜਿਹੜਾ ਕੈਪਟਨ ਨੂੰ ਲਾ ਕੇ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਚੁਣਿਆ। ਚੰਨੀ ਜਦੋਂ ਮੁੱਖ ਮੰਤਰੀ ਬਣਿਆ, ਬਣਦਿਆਂ ਸਾਰ ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ। ਫੈਸਲਾ ਕਰਨ ਦੇ ਬਾਵਜੂਦ ਸੋਚਿਆ ਵੀ ਹਫ਼ਤਾ 2 ਹਫ਼ਤੇ ਆਪਾਂ ਦੇਖ ਲਈਏ, ਉੱਥੇ ਸਾਡਾ ਸੰਘਰਸ਼ ਜਿਉਂਦੀ ਤਿਉਂ ਚੱਲਦਾ ਰਿਹਾ। ਫਿਰ ਇਹਨਾਂ ਨੇ ਐਲਾਨ ਕੀਤਾ ਵੀ ਜਿਹੜਾ 36000 ਕੰਮ ਹੈ ਉਹ ਪੱਕਾ ਕੀਤਾ ਜਾਣਾ। ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਵੱਡੇ ਵੱਡੇ ਬੈਨਰ ਲਾਏ ਵੀ 36000 ਕੰਮ ਆ ਜਿਹੜਾ ਪੱਕਾ ਕੀਤਾ ਜਾਣਾ। ਪਰ ਉਹ ਬੈਨਰ ਲਾਉਣ ਦੇ ਬਾਵਜੂਦ ਸਾਡੇ ਕਾਮਿਆਂ ਦਾ, ਕੱਚੇ ਕਾਮਿਆਂ ਦਾ ਜਿਹੜਾ ਸੰਘਰਸ਼ ਆ ਉਹ ਮਰਿੰਡੇ ਦੀ ਧਰਤੀ ਤੇ ਚੱਲ ਰਿਹਾ ਸੀਗਾ। ਦੇਖੋ ਵੱਡੀ ਗੱਲ ਦੇਖਣ ਵਾਲੀ ਤਾਂ ਇਹ ਹੈ ਵੀ ਇੱਕ ਪਾਸੇ ਸੰਘਰਸ਼ ਚੱਲ ਰਿਹਾ, ਉੱਥੇ CM ਚੰਨੀ ਸਾਹਿਬ ਮਿਲਣ ਨੂੰ ਤਿਆਰ ਨਹੀਂ ਸੀਗੇ ਸਾਡੇ ਕਾਮਿਆਂ ਨੂੰ। ਦੂਜੇ ਪਾਸੇ ਵੱਡੇ ਬੋਰਡ ਲਾ ਕੇ ਉਹ ਪੰਜਾਬ ਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਜਿਹੜਾ 36000 ਕੰਮ ਅਸੀਂ ਪੱਕਾ ਕਰ ਰਹੇ ਹਾਂ। ਜਦੋਂ ਉਹ ਕੱਚੇ, ਜੇ ਇਹ ਉਹਨਾਂ ਨੇ ਪੱਕੇ ਕਰਨੇ ਹੁੰਦੇ ਤਾਂ ਉਹ ਜਿਹੜਾ ਮੋਰਚਾ ਚੱਲ ਰਿਹਾ, ਮੋਰਚੇ ਦੇ ਆਗੂਆਂ ਦੇ ਨਾਲ ਬੈਠ ਕੇ ਗੱਲਬਾਤ ਸਾਂਝੀ ਕਰ ਸਕਦੇ ਆ। ਉਹਨਾਂ ਨੂੰ ਕਹਿ ਸਕਦੇ ਆ ਵੀ ਤੁਹਾਡੀ ਮੰਗ ਆ ਜਿਹੜੀ ਅਸੀਂ ਪ੍ਰਵਾਨ ਕਰਾਂਗੇ, ਜੋ ਵੀ ਗੱਲਬਾਤ ਮੀਟਿੰਗ ਦੇ ਵਿੱਚ ਫੈਸਲਾ ਉਹਨਾਂ ਨੇ ਲੈਣਾ ਸੀਗਾ। ਉੱਥੇ ਬੈਠ ਕੇ ਤੇ ਬੈਠਣ ਨੂੰ ਸਾਡੇ ਨਾਲ ਤਿਆਰ ਨਹੀਂ ਹੋਏ। 36000 ਦੇ ਬੋਰਡ ਵੱਡੇ ਵੱਡੇ ਲਾਏ, ਉਹਨਾਂ ਦਾ ਰਿਜ਼ਲਟ ਜਿਹੜਾ ਉਹਨਾਂ ਦਾ ਖਰਚਾ ਕਿੰਨਾ ਲੋਕਾਂ ਦੇ ਪਿਆ, ਉਹ ਸਾਡੇ ਆਮ ਲੋਕਾਂ ਦੇ ਜੇਬਾਂ ਤੇ ਪਿਆ, ਕਿਉਂਕਿ ਉਹਨਾਂ ਨੇ ਆਪਦੇ ਪੱਲਿਓਂ ਤਾਂ ਉਹਨਾਂ ਨੇ ਕੋਈ ਖਰਚਾ ਕੀਤਾ ਨਹੀਂ ਹੈਗਾ। ਤੇ ਜੇ ਗੱਲ ਕਰੀਏ ਜਦੋਂ ਪਤਾ ਲੱਗਿਆ ਇਸ ਗੱਲ ਦਾ ਵੀ ਜਿਹੜਾ 36000 ਕਾਮੇ ਦੀ ਜਿਹੜੀ ਫਾਈਲ ਹੈ ਉਹ ਰਾਜਪਾਲ ਦੇ ਟੇਬਲ ਤੇ ਪਈ ਹੈ ਤੇ ਰਾਜਪਾਲ ਨੇ ਜਿਹੜੇ ਉਸ ਫਾਈਲ ਦੇ ਉੱਤੇ ਸਾਈਨ ਨਹੀਂ ਕੀਤੇ ਹੈਗੇ, ਤਾਂ ਉਹ ਫਾਈਲ ਅੱਜ ਦੇ ਜਿਉਂ ਦੀ ਤਿਉਂ ਉੱਥੇ ਅੱਜ ਵੀ, ਜਾਣੀ ਕਿ ਹਾਲੇ ਤੱਕ ਪਤਾ ਹੀ ਨਹੀਂ ਹੈ ਵੀ ਉਹ ਫਾਈਲ ਹੈ ਕਿੱਥੇ, 36000 ਦੀ ਨਹੀਂ। ਕਾਂਗਰਸ ਦੇ ਰਾਜ ਵੇਲੇ ਤੁਸੀਂ ਇੱਥੇ ਮੌਜੂਦਾ ਬਠਿੰਡੇ ਦੇ ਕੋਈ ਵਿਧਾਇਕ ਨੂੰ ਮਿਲੇ? ਇੱਥੇ ਸਾਡੇ ਬਠਿੰਡੇ ਦੇ ਵਿੱਚ ਮਨਪ੍ਰੀਤ ਬਾਦਲ ਜੋ ਕਿ ਖਜ਼ਾਨਾ ਮੰਤਰੀ ਸੀਗੇ, ਇਹਨਾਂ ਦੇ ਦਫ਼ਤਰ ਦੇ ਅੱਗੇ ਸਾਡਾ ਜਿਹੜਾ ਲਗਾਤਾਰ ਧਰਨਾ ਚੱਲਦਾ ਰਿਹਾ, ਸੰਘਰਸ਼ ਚੱਲਦਾ ਰਿਹਾ। ਔਰ ਇੱਥੇ ਜਦੋਂ ਦਫ਼ਤਰ ਦੇ ਅੱਗੇ ਸਾਡਾ ਧਰਨਾ ਚੱਲਦਾ ਸੀਗਾ, ਇੱਥੋਂ ਦੇ ਜਿਹੜੇ ਖਜ਼ਾਨਾ ਮੰਤਰੀ ਸੀਗੇ ਪੰਜਾਬ ਦੇ ਪੂਰੇ, ਉਹ ਵੀ ਸਾਡੇ ਨਾਲ ਇੱਕ ਵਾਰੀ ਵੀ ਬੈਠ ਕੇ ਉਹਨਾਂ ਨੇ ਗੱਲਬਾਤ ਨਹੀਂ ਕੀਤੀ। ਅਸੀਂ ਵਿਰੋਧ ਕੀਤਾ, ਫਿਰ ਪਿੰਡਾਂ ਦੇ ਵਿੱਚ ਜਾ ਕੇ, ਘਰ ਘਰ ਜਾ ਕੇ, ਸ਼ਹਿਰਾਂ ਦੇ ਵਿੱਚ, ਇੱਥੇ ਬਠਿੰਡੇ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਅਸੀਂ ਮਨਪ੍ਰੀਤ ਬਾਦਲ ਦਾ ਜਿਹੜਾ ਢੰਡੋਰਾ ਪਿੱਟਿਆ, ਕਿਉਂਕਿ ਜਦੋਂ ਮੌਜੂਦਾ ਮੰਤਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਸੀਗਾ, ਤਾਂ ਫਿਰ ਅੱਜ ਤੁਸੀਂ ਆ ਜਾਇਜ਼ਾ ਦੇਖ ਹੀ ਰਹੇ ਹੋ ਬਠਿੰਡੇ ਦੀ ਧਰਤੀ ਤੇ ਕੀ ਹਰਜਾਨਾ ਉਹਨਾਂ ਨੂੰ ਭੁਗਤਣਾ ਪਿਆ। ਕਿਉਂਕਿ ਜੇ ਉਹਨਾਂ ਨੇ ਲੋਕਾਂ ਦੀ ਗੱਲਬਾਤ ਸੁਣੀ ਹੁੰਦੀ, ਸਾਡੇ ਕੱਚੇ ਕਾਮਿਆਂ ਦੀ ਗੱਲਬਾਤ ਸੁਣੀ ਹੁੰਦੀ, ਮੁਲਾਜ਼ਮਾਂ ਦੀ ਗੱਲਬਾਤ ਸੁਣੀ ਹੁੰਦੀ, ਤਾਂ ਕਿਤੇ ਨਾ ਕਿਤੇ ਅੱਜ ਉਹ ਕਿਸੇ ਨਾ ਕਿਸੇ ਕੁਰਸੀ ਤੇ ਬੈਠੇ ਹੁੰਦੇ। ਪਰ ਜੇ ਉਹਨਾਂ ਨੇ ਗੱਲ ਨਹੀਂ ਸੁਣੀ ਤਾਂ ਅੱਜ ਖੁੱਜੇ ਲੱਗੇ ਬੈਠੇ ਆ ਜੀ। ਜਿਹੜੇ ਪੱਕੇ ਮੁਲਾਜ਼ਮ ਹੁੰਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ, ਮੈਡੀਕਲ ਹੈ, ਛੁੱਟੀਆਂ ਮਿਲਦੀਆਂ, ਤਾਂ ਤੁਹਾਨੂੰ ਕੀ ਕੀ ਸਹੂਲਤਾਂ ਮਿਲਦੀਆਂ? ਸਾਨੂੰ ਤਾਂ ਜੀ ਦੇਖੋ ਸਹੂਲਤ ਕੋਈ ਨਹੀਂ ਦੇ ਰਹੇ। ਇੱਕ ਉਦਾਹਰਨ ਦੱਸ ਦਿੰਦੇ ਤੁਹਾਨੂੰ, ਕਿਉਂਕਿ ਲਗਾਤਾਰ ਕੰਮ ਕਰਦੇ ਨਹੀਂ ਹੋ ਗਏ। ਹਰ ਕੰਮ ਜਿਹੜਾ ਸਾਡਾ ਕੰਮ ਕਰਦੇ ਆ। ਜੇ ਕੋਈ ਮਾਲੀ ਕੰਮ ਦੀ ਪੋਸਟ ਤੇ ਕੰਮ ਕਰਦਾ, ਉਸ ਤੋਂ ਬੇਲਦਾਰ ਦਾ ਵੀ ਕੰਮ ਲਿਆ ਜਾਂਦਾ, ਉਸ ਤੋਂ ਪੰਪਰੇਟਰ ਦਾ ਵੀ ਕੰਮ ਲਿਆ ਜਾਂਦਾ,
ਉਸ ਤੋਂ ਜਿਹੜੇ ਲੀਕਾਂ ਪਿੰਡਾਂ ਦੇ ਵਿੱਚ ਹੁੰਦੀਆਂ, ਸ਼ਹਿਰਾਂ ਦੇ ਵਿੱਚ ਹੁੰਦੀਆਂ, ਉਹ ਲੀਕਾਂ ਵੀ ਠੀਕ ਕਰਾਈਆਂ ਜਾਂਦੀਆਂ, ਟੋਏ ਪੱਟ ਕੇ ਵੀ ਕੰਮ ਕਰਦੇ ਆ। ਇੱਕ ਪੋਸਟ ਵਾਲਾ ਬੰਦਾ 4-4 ਪੋਸਟਾਂ ਦਾ ਕੰਮ ਕਰ ਰਿਹਾ, ਤਨਖਾਹ ਨਗੂਣੀਆਂ ਮਿਲ ਰਹੀਆਂ ਨੇ, ਜਿਹਦੇ ਕਰਕੇ ਗੁਜ਼ਾਰਾ ਨਹੀਂ ਹੁੰਦਾ। ਉਲਟਾ ਅਸੀਂ EPF ESC ਦੀ ਜਿਹੜੀ ਮੰਗ ਰੱਖੀ ਸੀ, ਸਾਡੀ ਹੁਣ ਵੀ ਚਿੱਠੀ ਆਈ ਸੀਗੀ ਪਿਛਲੀ ਚੰਨੀ ਸਰਕਾਰ ਵੇਲੇ ਦੀ ਜਿਹੜੇ ਪ੍ਰਮੁੱਖ ਸਕੱਤਰ ਦੀ, ਵੀ ਇਹ EPF ESI ਜਿਹੜਾ ਦਿੱਤਾ ਜਾਵੇ। ਜਦੋਂ ਅਸੀਂ ਇਸ ਵੇਸ ਤੇ ਗੱਲ ਕਰਦੇ ਹਾਂ ਤਾਂ ਸਾਨੂੰ ਜਿਹੜਾ ਅਧਿਕਾਰੀ ਆ ਉਹ ਕਾਮਾਕੋਲੀ ਕਰਦੇ ਆ, ਟਾਲ ਮਟੋਲ ਦੀ ਨੀਤੀ ਕਰਦੇ ਆ, ਉਹ ਸਪਸ਼ਟ ਜਵਾਬ ਨਹੀਂ ਦਿੰਦੇ। ਇਸ ਵੇਸ ਤੇ ਸਾਡਾ ਸੰਘਰਸ਼ ਚੱਲ ਰਿਹਾ ਹੈਗਾ। ਔਰ ਪਿਛਲੇ ਸਾਲ ਦੀ ਗੱਲ ਹੈ, ਕਰੋਨਾ ਟਾਈਮ ਤੇ ਜਦੋਂ ਮਹਾਮਾਰੀ ਦਾ ਦੌਰਾਨ ਚੱਲ ਰਿਹਾ ਸੀ, ਉਦੋਂ ਹੈ ਸੀ ਜਾਂ ਨਹੀਂ ਸੀਗਾ, ਇਹ ਤਾਂ ਸਰਕਾਰਾਂ ਨੇ ਹੁਣ ਸੋਚਾ ਹੁਣ ਤੱਕ ਵੀ ਚਲਾਈ ਜਾ ਰਹੇ ਆ ਵੀ, ਜਾਣੀ ਕਿ ਉਸ ਟਾਈਮ ਤੇ ਸਾਡਾ ਇੱਕ ਮੇਰਾ ਪ੍ਰੈਸ ਸਕੱਤਰ ਹੈ ਜਥੇਬੰਦੀ ਦਾ, ਨੌਜਵਾਨ ਮੁੰਡਾ 20-22 ਸਾਲ ਦੀ ਉਮਰ ਹੈ, ਉਹਨਾਂ ਦੇ ਜਿਹੜਾ ਸਿਰ ਤੇ ਸੱਟ ਲੱਗ ਗਈ ਸੀ। ਜਿਹੜਾ ਆਪਣਾ ਬਾਲ ਹੁੰਦਾ ਹੈ, ਪਾਣੀ ਜਦੋਂ ਛੱਡਦੇ ਆ ਬਾਲ ਕਾਫੀ ਹੈਵੀ ਹੁੰਦੇ ਆ, ਹੌਦੀ ਸੀਗੀ 8-9 ਫੁੱਟ ਡੂੰਘੀ, ਉਹ ਬਾਲ ਆਪਰੇਟ ਕਰਦਿਆਂ ਤੋਂ ਜਾਣੀ ਕਿ ਉਹ ਚੱਕਰ ਖਾ ਕੇ ਵਿੱਚ ਡਿੱਗ ਪਿਆ ਤੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ। ਤਕਰੀਬਨ 1 ਲੱਖ ਰੁਪਈਆ ਜਿਹੜਾ ਲੱਗਿਆ, 99,000 ਕੁਛ ਰੁਪਏ ਲੱਗੇ ਸੀਗੇ 1 ਲੱਖ ਦੇ ਤਕਰੀਬਨ। ਪਰ ਇੱਥੋਂ ਸਾਡੇ ਅਧਿਕਾਰੀਆਂ ਦੇ ਵੱਲੋਂ, ਜੋ ਸਾਡੇ ਐਕਸ਼ਨ ਸਾਹਿਬਾਨ ਨੇ, SDO ਨੇ, ਇਹਨਾਂ ਦੇ ਵੱਲੋਂ ਸਪਸ਼ਟ ਜਵਾਬ ਦਿੱਤਾ ਵੀ ਅਸੀਂ ਇਸ ਦੇ ਕੋਈ ਜ਼ਿੰਮੇਵਾਰ ਨਹੀਂ ਹੈਗੇ। ਦੇਖੋ, ਸਰਕਾਰ ਦਾ ਕੰਮ ਕਰ ਰਹੇ ਹਾਂ, ਇੱਕ ਪੋਸਟ ਦੀ ਬਜਾਏ 4-4 ਪੋਸਟਾਂ ਦਾ ਕੰਮ ਕੀਤਾ ਜਾ ਰਿਹਾ ਹੈ। ਪਰ ਜਦੋਂ ਸਾਡੇ ਕਿਸੇ ਅਧਿਕਾਰੀ ਤੇ ਸਰਕਾਰ ਦਾ ਕੰਮ ਕਰਨ ਦੇ ਬਾਵਜੂਦ ਕੋਈ ਹਾਦਸਾ ਵਾਪਰ ਜਾਂਦਾ ਹੈ, ਹਾਦਸਾ ਤਾਂ ਕਿਤੇ ਵੀ ਵਾਪਰ ਸਕਦਾ, ਜਦੋਂ ਘਰ ਤੋਂ ਆਉਂਦਾ ਹੈ ਡਿਊਟੀ ਤੇ ਆਉਣ ਤੱਕ ਰਸਤੇ ਦੇ ਵਿੱਚ ਕੋਈ ਦੁਰਘਟਨਾ ਵੀ ਹੋ ਸਕਦੀ ਹੈ। ਸ਼ਾਮ ਨੂੰ ਜਦੋਂ ਜਾਂਦੇ ਆ, ਰਾਤ ਨੂੰ ਡਿਊਟੀਆਂ ਕਰਦੇ ਨੇ, ਬਠਿੰਡੇ ਸ਼ਹਿਰ ਦੇ ਵਿੱਚ ਰਾਤ ਦੀਆਂ ਡਿਊਟੀਆਂ ਸਾਡੇ ਕੰਮ ਇੰਨੀਆਂ ਲੱਗਦੀਆਂ, ਉਸ ਦੌਰਾਨ ਵੀ ਸ਼ਾਮ ਨੂੰ ਜਾਂਦੇ ਆ, ਕੋਈ ਵੀ ਦੁਰਘਟਨਾ ਹੋ ਸਕਦੀ ਹੈ। ਕਰੋਨਾ ਮਹਾਮਾਰੀ ਦੇ ਦੌਰਾਨ ਜੇ ਗੱਲ ਕਰੀਏ, ਸਭ ਤੋਂ ਵੱਧ ਡਿਊਟੀ ਸਾਡੇ ਜਿਹੜੇ ਕੱਚੇ ਕੰਮ ਨੇ ਇਹਨਾਂ ਨੇ ਕੀਤੀ ਹੈ, 24-24 ਘੰਟੇ ਡਿਊਟੀ ਕੀਤੀ ਹੈ। ਪਰ ਸਰਕਾਰ ਦੇ ਵੱਲੋਂ ਸਾਡੇ ਇਹਨਾਂ ਕੱਚੇ ਕੰਮਾਂ ਦੇਣ ਦੇ ਲਈ ਕੁਝ ਨਹੀਂ ਹੈਗਾ, ਕੰਮ ਲੈਣ ਦੇ ਲਈ ਚੌਗਣਾ ਲਿਆ ਜਾਂਦਾ। ਕੋਈ ਵੱਡੇ ਅਫਸਰ ਵੀ ਠੇਕੇ ਤੇ ਰੱਖੇ, SDO ਵਗੈਰਾ? ਨਹੀਂ, SDO ਦੀ ਭਰਤੀ ਤਾਂ ਜਿੰਨੀ ਹੋ ਰਹੀ ਹੈ ਉਹ ਤਾਂ ਸਾਰੀ ਰੈਗੂਲਰ ਹੀ ਹੋ ਰਹੀ ਹੈ, ਕਿਉਂਕਿ JE ਲੈਵਲ ਤੇ SDO ਲੈਵਲ ਤੇ ਹਾਲੇ ਤੱਕ ਤਾਂ ਕੋਈ ਹੈ ਨਹੀਂਗਾ। ਤੇ ਨੀਚੇ ਵਾਲੀ ਭਰਤੀ ਹੈ ਉਹ ਲਿਸਟਮੈਂਟ ਆਊਟਸੋਰਸ ਠੇਕੇਦਾਰਾਂ ਰਾਹੀਂ ਹੋ ਰਹੀ ਹੈ। ਤੇ ਹੁਣ ਅੱਗੇ ਕਿਸ ਤਰ੍ਹਾਂ ਦਾ ਤੁਹਾਡਾ ਹੈਗਾ ਸੰਘਰਸ਼, ਜਾਂ ਕੀ ਕਰ ਰਹੇ ਹੋ ਹੁਣ ਆਪਦੇ ਹੱਕਾਂ ਦੇ ਲਈ? ਸਾਡਾ ਸੰਘਰਸ਼ ਤਾਂ ਲਗਾਤਾਰ ਪਹਿਲਾਂ ਵੀ ਜਾਰੀ ਸੀ, ਜਾਰੀ ਹੈ ਤੇ ਜਾਰੀ ਰਹੂਗਾ। ਅਸੀਂ ਤਾਂ ਇੱਕ ਆਪਦੀ ਆਵਾਜ਼ ਉਠਾਈ ਹੋਈ ਹੈ, ਆਪਣੇ ਹੱਕਾਂ ਦੀ ਜੰਗ ਲੜ ਰਹੇ ਹਾਂ। ਔਰ ਜੇ ਵੱਡੀ ਗੱਲ ਕਰੀਏ, ਪਹਿਲਾਂ ਸੀਗਾ ਵੀ ਅਸੀਂ ਆਪਣੇ ਨੌਕਰੀਆਂ ਦੇ ਲਈ ਲੜਦੇ ਸੀ, ਆਪਣੇ ਪੱਕੇ ਹੋਣ ਦੇ ਲਈ ਲੜਦੇ ਸੀ। ਪਰ ਸਰਕਾਰ, ਜਿਹੜਾ ਸਰਕਾਰਾਂ ਵਿਤਕਰਾ ਕਰ ਰਹੀਆਂ ਨੇ, ਜੇ ਹੁਣ ਅਸੀਂ ਆਪ ਸਰਕਾਰ ਦੀ ਗੱਲ ਕਰੀਏ, ਇੱਥੋਂ ਦੇ ਭਗਵੰਤ ਮਾਨ ਦੀ ਗੱਲ ਕਰੀਏ, ਤਾਂ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਢੰਡੋਰਾ ਪਿੱਟਦੇ ਸੀ ਕਿ ਹਰ ਚੁੱਲ੍ਹੇ ਦੇ ਉੱਤੇ ਜਿਹੜਾ ਉਹਨਾਂ ਦਾ ਰੁਜ਼ਗਾਰ ਮਿਲੂਗਾ, ਚੁੱਲ੍ਹੇ ਨੂੰ ਤਪਦਾ ਕਰੂੰਗਾ, ਚੁੱਲ੍ਹੇ ਠੰਡੇ ਪਏ ਐ, ਬੜੀ ਜਿਹੜੀਆਂ ਵਧੀਆ ਗੱਲਾਂ ਕਰਦੇ ਪਏ ਸੀਗੇ। ਤੇ ਅੱਜ ਜਦੋਂ CM ਦੀ ਕੁਰਸੀ ਤੇ ਬੈਠੇ ਆ, ਉਸ ਤੋਂ ਬਾਅਦ ਹਰ ਚੁੱਲ੍ਹੇ ਦੇ ਉੱਤੇ ਉਹਨਾਂ ਨੇ ਜਿਹੜਾ ਝਾੜੂ ਫੇਰਤਾ, ਉਹੀ ਪਾਲਿਸੀਆਂ, ਉਹੀ ਨੀਤੀਆਂ ਪਹਿਲਾਂ ਵਾਲੀਆਂ ਸਰਕਾਰਾਂ ਵਾਲੀਆਂ ਜਿਹੜੀਆਂ ਲੈ ਕੇ ਆ ਰਹੇ ਆ। ਕਿਉਂਕਿ ਜਿਹੜੇ ਇਹ ਗੱਲ ਕਰਦੇ ਸੀ ਵੀ ਅਸੀਂ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਾਂਗੇ, ਨੌਕਰੀਆਂ ਦੇਵਾਂਗੇ ਘਰ ਘਰ, ਬਿਲਕੁਲ ਜਿਹੜੀ ਹਰੇ ਪੈਨ ਦੀ ਗੱਲ ਹੀ ਕਰ ਰਿਹਾ ਮੈਂ ਵੀ, ਉਹ ਕਹਿੰਦੇ ਸੀ ਹਰਾ ਪੈਨ ਚਲਾਵਾਂਗੇ। ਉਹ ਹਰਾ ਪੈਨ ਚੱਲਿਆ ਜ਼ਰੂਰ ਹੈ, ਪਰ ਚੱਲਿਆ ਕਿੰਨਾਂ ਦੇ ਮਸਲੇ ਜਾਂ ਕੱਚੇ ਕਾਮਾਂ ਦੇ ਨਹੀਂ ਚੱਲਿਆ, ਸਾਡੇ ਲੋਕਾਂ ਦੇ ਨਹੀਂ ਚੱਲਿਆ। ਉਹ ਹਰਾ ਪੈਨ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਚੱਲ ਰਿਹਾ। ਉਹ ਹਰਾ ਪੈਨ ਲਿਸਟਮੈਂਟ ਪਾਲਿਸੀ ਵਾਲੇ ਇੱਥੇ ਠੇਕੇਦਾਰ ਨੇ, ਕੰਪਨੀਆਂ ਨੇ, ਜਿਨ੍ਹਾਂ ਦੇ ਵੱਡੇ ਮੁਨਾਫੇ ਨੇ, ਵੱਡੇ ਕਾਰਪੋਰੇਟ ਖੋਲ੍ਹੇ ਹੋਏ ਆ, ਕੰਪਨੀਆਂ ਨੇ, ਉਹਨਾਂ ਦੇ ਲਈ ਹਰਾ ਪੈਨ ਚੱਲ ਰਿਹਾ। ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਚੱਲਦੀਆਂ ਸੀਗੀਆਂ, ਕਾਰਪੋਰੇਟ ਘਰਾਣਿਆਂ ਨੂੰ ਪਹਿਲ ਦਿੱਤੀ ਹੋਈ ਸੀਗੀ, ਤੇ ਨਿੱਜੀਕਰਨ ਦੇ ਮਸਲੇ ਤੇ ਉਹ ਹਰਾ ਪੈਨ ਅੱਜ ਵੀ ਚੱਲ ਰਿਹਾ, ਤੇ ਉਹ ਪਹਿਲਾਂ ਵੀ ਚੱਲਦਾ ਸੀ ਜੇ ਗੱਲ ਕਰੀਏ ਤਾਂ। ਇਸ ਕਰਕੇ ਵੀ ਕੋਈ ਬਦਲਾਅ ਨਹੀਂ ਹੈਗਾ। ਜੇ ਬਦਲਾਅ ਆਇਆ ਤਾਂ ਇਹ CM ਦੇ ਲਈ ਆਇਆ, ਉਹ ਕੁਰਸੀ ਮਿਲੀ ਆ ਉਹਨਾਂ ਨੂੰ, CM ਦੀ ਭਗਵੰਤ ਮਾਨ ਨੂੰ, ਭਗਵੰਤ ਮਾਨ ਦੇ ਲਈ ਬਦਲਾਅ ਆਇਆ। ਸਾਡੇ ਲੋਕਾਂ ਦੇ ਲਈ ਉਹੀ ਸੰਘਰਸ਼ ਚੱਲ ਰਿਹਾ, ਉਹੀ ਸੰਘਰਸ਼ ਪੱਲੇ ਹੈ। ਤੇ ਅਸੀਂ ਸੰਘਰਸ਼ ਦੇ ਸਦਕਾ ਇਹ ਜਦ ਤੱਕ ਮੰਗ ਕਰਦੇ ਹਾਂ ਵੀ, ਕਿਉਂਕਿ ਪੂਰੇ ਪੰਜਾਬ ਦੇ ਜਿੰਨੇ ਮਹਿਕਮੇ ਨੇ, ਹਰ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਥੋਪ ਦਿੱਤਾ ਹੈ। ਵੱਡੀ ਗੱਲ ਕਰੀਏ, ਜਿਹੜਾ ਜਲ ਸਪਲਾਈ ਡਿਪਾਰਟਮੈਂਟ ਹੈ, ਪਾਣੀ ਦੀ ਗੱਲ ਕਰਦੇ ਹਾਂ, ਪਾਣੀ ਇਹ ਨਿੱਜੀ ਕੰਪਨੀਆਂ ਦੇ ਹੱਥਾਂ ਦੇ ਵਿੱਚ ਸਰਕਾਰ ਥੋਪਣ ਜਾ ਰਹੀ ਹੈ। ਕਿਉਂਕਿ ਜਿਹੜੇ ਸਾਡੇ ਵੱਡੀਆਂ ਨਹਿਰਾਂ ਸੀ, ਸੂਏ ਸੀ, ਇਹ ਸਾਰੇ ਕੰਪਨੀਆਂ ਨੂੰ ਥੋਪਣ ਲੱਗੇ ਹੋਏ ਆ। ਇਸ ਮਸਲੇ ਤੇ
ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਵੀ ਜਿਹੜਾ ਵੱਡਾ ਹਮਲਾ ਮਾਰ ਰਹੀਆਂ, ਸੰਘਰਸ਼ ਵਿੱਢ ਰਹੀਆਂ। ਅਸੀਂ ਵੀ ਉਹਨਾਂ ਦੇ ਨਾਲ ਜਿਹੜਾ ਸੰਘਰਸ਼ ਦੇ ਵਿੱਚ ਹਿੱਸਾ ਬਣੇ ਹੋਏ ਹਾਂ। ਹੁਣ ਵੀ ਜਥੇਬੰਦੀ ਉਗਰਾਹਾਂ ਦੇ ਵੱਲੋਂ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਜਿਹੜਾ ਵੱਡੇ ਪੱਧਰ ਤੇ ਸੰਘਰਸ਼ ਦਾ ਐਲਾਨ ਕੀਤਾ ਹੋਇਆ, ਕਿਉਂਕਿ ਜਿਹੜੀਆਂ ਸਰਕਾਰਾਂ ਨੇ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਾਣੀ ਪੀਣ ਦੇ ਯੋਗ ਦਿੰਦੇ ਆ, ਤਾਂ ਉਹਨਾਂ ਪਾਣੀਆਂ ਨੂੰ ਇਹ ਖੋਹ ਰਹੀ ਹੈ। ਸਰਕਾਰ ਦਾ ਇੱਕ ਕਹਿਣਾ ਹੈ, ਜਿਹੜੀਆਂ ਕੰਪਨੀਆਂ ਨੇ, ਨਿੱਜੀ ਕੰਪਨੀਆਂ ਨੇ, ਉਹਨਾਂ ਨੇ ਬੈਠ ਕੇ ਇੱਕ ਇਹ ਤੈਅ ਕੀਤਾ ਵੀ ਅਸੀਂ ਜਿਹੜੇ ਪਿੰਡਾਂ ਦੇ ਲੋਕ ਨੇ, ਪਿੰਡਾਂ ਦੇ ਵਿੱਚ ਰਹਿਣ ਵਾਲੇ ਆ, ਸਾਡੀ ਸੋਚ ਰੱਖਦੀ ਹੈ ਅਸੀਂ ਜਦੋਂ ਕੋਈ ਘਰ ਦੇ ਵਿੱਚ ਨਲਕਾ ਲੱਗਣਾ ਹੋਵੇ ਜਾਂ ਆਪਣੇ ਖੇਤਾਂ ਦੇ ਵਿੱਚ ਮੋਟਰ ਲਗਾਉਣੇ ਆ, ਉਸ ਤੋਂ ਬਾਅਦ ਮੋਟਰ ਲਾਉਣ ਤੋਂ ਬਾਅਦ ਅਸੀਂ ਉਹਦੀ ਨਿਆਜ਼ ਕਰਦੇ ਹਾਂ ਜਾਂ ਕੁਛ ਵੀ ਚਮੱਖਾ ਦੀਵਾ ਜਗਾਉਣੇ ਆ, ਉਹਨੂੰ ਪੁੱਛਦੇ ਆ ਵੀ ਖਵਾਜਾ ਮੰਨਿਆ ਜਾਂਦਾ, ਖਵਾਜਾ ਦੇਵਤਾ ਮੰਨਿਆ ਜਾਂਦਾ। ਪਰ ਇਸ ਦੇ ਨਾਲ ਇਹ ਜਿਹੜੀਆਂ ਕਾਰਪੋਰੇਟ ਘਰਾਣੇ ਨੇ, ਇਹ ਸਰਕਾਰਾਂ ਨੇ, ਇਹ ਕਹਿੰਦੀਆਂ ਵੀ ਜਿਹੜਾ ਪਾਣੀ ਹੈ ਇਹਨੂੰ ਵਿਕਾਸ ਦਾ ਸਾਧਨ ਬਣਾਇਆ ਜਾਵੇ, ਇਸ ਨੂੰ ਮੁੱਲ ਵੇਚ ਕੇ। ਲੋਕ ਪਾਗਲ ਨੇ ਜਿਹੜੀ ਇਹਦੀ ਪੂਜਾ ਕਰ ਰਹੇ ਨੇ, ਇਹ ਦੇਖਦੇ ਆ ਵੀ ਕਿਹੜੇ ਪਾਸੇ ਸਾਨੂੰ ਵੱਡੇ ਮੁਨਾਫੇ ਕੀਤੇ ਜਾ ਸਕਦੇ ਨੇ। ਕਿਉਂਕਿ ਪਹਿਲਾਂ ਬਿਜਲੀ ਐਕਟ ਤੋੜਿਆ, ਬਿਜਲੀ ਦੇ ਵਿੱਚ ਉਹਨਾਂ ਨੇ ਸੋਚਿਆ ਵੀ ਜੇ ਮੁਨਾਫਾ ਕਮਾਇਆ ਜਾ ਸਕਦਾ ਤਾਂ ਬਿਜਲੀ ਤੋਂ ਕਮਾਇਆ ਜਾ ਸਕਦਾ, ਬਿਜਲੀ ਨੂੰ ਪ੍ਰਾਈਵੇਟ ਕੀਤਾ। ਹੁਣ ਸਰਕਾਰ ਦੇ ਪੱਲੇ, ਕਿਉਂਕਿ ਮਹਿਕਮੇ ਤਾਂ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਖਤਮ ਕਰਤੇ ਆ, ਪ੍ਰਾਈਵੇਟ ਹੱਥਾਂ 'ਚ ਥੁੱਕਦੇ ਆ, ਸਕੂਲ ਵੀ ਪ੍ਰਾਈਵੇਟ ਕਰਤੇ ਆ, ਹਸਪਤਾਲ ਜਿਹੜਾ ਪ੍ਰਾਈਵੇਟ ਕਰਤੇ ਆ। ਅੱਜ ਬਠਿੰਡੇ ਦੇ ਹਸਪਤਾਲ ਦੇ ਵਿੱਚ ਅਸੀਂ ਚਲੀਏ, ਮੈਂ ਗੱਲ ਵਿਚਾਲੇ ਰੱਖਦਾ, ਉੱਥੇ ਸਿਰਫ ਇੱਕ 10 ਰੁਪਈਆਂ ਦੀ ਪਰਚੀ ਮਿਲਦੀ ਹੈ, ਉਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ। ਤੇ ਜੇ ਉੱਥੇ ਇਲਾਜ ਦੀ ਗੱਲ ਕਰੀਏ, ਕਿਉਂਕਿ ਹਸਪਤਾਲ ਤਾਂ ਵੱਡਾ ਜਿਹੜਾ ਬਣਾਇਆ ਹੋਇਆ ਉਹ ਇਸ ਕਰਕੇ ਬਣਾਇਆ ਹੋਇਆ ਵੀ ਉੱਥੇ ਜਿਹੜੇ ਗਰੀਬ ਪਰਿਵਾਰ ਹੈ, ਮਿਡਲ ਕਲਾਸ ਲੋਕ ਹੈ, ਜਿਹੜੇ ਵੱਡੇ ਹਸਪਤਾਲਾਂ ਦੇ ਵਿੱਚ ਨਹੀਂ ਜਾ ਸਕਦੇ, ਉਹਨਾਂ ਦਾ ਪ੍ਰਬੰਧ ਕੀਤਾ ਜਾਵੇ। ਪਰ ਪਰਚੀ ਦਿੱਤੀ ਆ, ਉੱਥੇ ਇਕੱਲਾ ਬੈੱਡ ਫ੍ਰੀ ਮਿਲਦਾ। ਜੇ ਇਲਾਜ ਦੀ ਗੱਲ ਕਰੀਏ ਤਾਂ ਡਾਕਟਰ ਦੇ ਵੱਲੋਂ ਇੱਕ ਵੱਡੀ ਲਿਸਟ ਬਣਾ ਕੇ ਦਿੱਤੀ ਜਾਂਦੀ ਹੈ, ਤੇ ਉਹ ਸਾਨੂੰ ਬਾਹਰਲੇ ਸ਼ਹਿਰ ਦੇ ਵਿੱਚੋਂ ਮੈਡੀਕਲਾਂ ਤੋਂ ਲੈ ਕੇ ਆਉਣੀ ਪੈਂਦੀ ਹੈ। ਫਿਰ ਉਦੋਂ ਪਤਾ ਲੱਗਦਾ ਵੀ ਖਰਚਾ ਕਿੰਨਾ ਬਣਦਾ ਉਹਦਾ। ਇਹ ਮੇਰੇ ਨਾਲ ਖੁਦ ਹਕੀਕਤ ਹੋਈ ਵੀ ਹੈ। ਇਸ ਕਰਕੇ ਸਿਸਟਮ ਕੋਈ ਨਹੀਂ ਛੱਡਿਆ, ਪਰ ਹੁਣ ਸਰਕਾਰ ਨੇ ਲਿਆਂਦਾ ਵੀ ਹੁਣ ਅਸੀਂ ਜਿਹੜੇ ਮੁਨਾਫੇ ਕਮਾਉਣੇ ਆ, ਕਿਸ ਚੀਜ਼ ਤੋਂ ਕਮਾਉਣੇ ਆ, ਤਾਂ ਉਹਨਾਂ ਦਾ ਟੀਚਾ ਜਿਹੜਾ ਪਾਣੀ ਤੇ ਲੈ ਕੇ ਆਂਦਾ ਹੋਇਆ। ਨਹਿਰਾਂ ਵੇਚੀਆਂ, ਸੂਏ ਵੇਚੇ, ਸਮੁੰਦਰ ਵੇਚੇ, ਕਿਉਂਕਿ ਜਦੋਂ ਉੱਪਰਲੇ ਲੈਵਲ ਤੋਂ ਕੰਪਨੀਆਂ ਦੇ ਥਰੂ ਚੱਲਿਆ ਗਿਆ, ਜੇ ਸਮੁੰਦਰ ਹੈ, ਸਮੁੰਦਰਾਂ ਦੇ ਵਿੱਚੋਂ ਨਹਿਰਾਂ 'ਚ ਪਾਣੀ ਆਉਣਾ, ਨਹਿਰਾਂ ਦੇ ਵਿੱਚੋਂ ਸੂਇਆਂ ਦੇ ਵਿੱਚ ਪਾਣੀ ਆਉਣਾ, ਸੂਇਆਂ ਦੇ ਵਿੱਚੋਂ ਚੱਲ ਕੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਵਾਟਰਵਾਸ ਬਣੇ ਹੋਏ ਆ ਉਹਨਾਂ ਦੇ ਵਿੱਚ ਪਾਣੀ ਆਊਗਾ। ਫਿਰ ਉੱਥੋਂ ਸਪਲਾਈ ਸਾਡੇ ਲੋਕਾਂ ਨੂੰ, ਸ਼ਹਿਰ ਦੇ ਵਿੱਚ ਹੋਵੇ ਚਾਹੇ ਉਹ ਪਿੰਡ ਦੇ ਵਿੱਚ ਹੋਵੇ, ਫਿਰ ਜਾਂਦੀ ਹੈ। ਇਸ ਦੇ ਨਾਲ ਜੇ ਹੁਣ ਗੱਲ ਕਰੀਏ ਜਿਹੜੇ ਉਹਨਾਂ ਨੇ ਵੇਚਿਆ ਕਿਵੇਂ ਆ, ਸਮੁੰਦਰ ਵੇਚਿਆ, ਨਹਿਰਾਂ ਵੇਚੀਆਂ, ਉਹਦੇ ਨਾਲ ਇੱਕ ਕਿਸਾਨਾਂ ਦੇ ਨਾਲ ਵੀ ਜਿਹੜੀ ਵੱਡੀ ਗੱਲ ਜੁੜਦੀ ਹੈ। ਇਹ ਜਿਹੜੇ ਸਾਡੇ ਆਮ ਲੋਕ ਆ, ਜਿੰਨੇ ਕਿਸਾਨ ਲੋਕ ਆ, ਮਜ਼ਦੂਰ ਲੋਕ ਆ, ਉਹਨਾਂ ਦੇ ਸਾਰਿਆਂ ਤੇ ਡਿਫੈਕਟ ਪੈ ਰਿਹਾ ਇਸ ਗੱਲ ਦਾ, ਸਾਰਿਆਂ ਦਾ ਨੁਕਸਾਨ ਹੋਣਾ ਲੋਕਾਂ ਦਾ, ਸਾਡਿਆਂ ਦਾ। ਉਹ ਕਹਿੰਦੇ ਵੀ ਜਦੋਂ ਕੰਪਨੀ ਦੇ ਥਰੂ ਜਿਹੜਾ ਸੂਆ ਜਾਂ ਨਹਿਰ ਹੈਗੀ ਆ, ਉਹਦੇ ਨਾਲ 10 ਕਿੱਲਿਆਂ ਦੀ ਵਾਹੀ ਲਾ ਲਓ ਚਾਹੇ 5 ਕਿੱਲਿਆਂ ਦੀ, ਇਹ ਉਹਨਾਂ ਨੇ ਐਕਟ ਦੇ ਵਿੱਚ ਆਪਦਾ ਲੈ ਕੇ ਆਂਦਾ। ਜਦੋਂ ਠੰਡ ਦੇ ਦਿਨਾਂ ਦੇ ਵਿੱਚ ਔਸ ਕਹਿ ਦਿੰਦੇ ਆਪਾਂ, ਧੁੰਦ ਕਹਿ ਦਿੰਦੇ ਆ, ਉਹ ਧੁੰਦ ਦੇ ਨਾਲ ਸਾਡੇ ਕਿਸਾਨ ਦੀ ਜਿਹੜੀ ਫਸਲ ਪੈਦਾ ਹੁੰਦੀ ਹੈ, ਉਸ ਫਸਲ ਦਾ ਵੀ ਟੈਕਸ ਲਿਆ ਜਾਣਾ, ਉਹ ਉਸ ਦਾ ਟੈਕਸ ਲਿਆ ਜਾਣਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਅਸੀਂ ਮੁੱਲ ਲੈਤਾ, ਕੰਪਨੀ ਨੇ ਮੁੱਲ ਲਿਆ, ਨਹਿਰ ਮੁੱਲ ਲਈ ਹੈ, ਕਿੰਨੇ ਦੇਰੇ ਦੇ ਵਿੱਚ ਲਈ ਹੈ। ਉਹ ਕਹਿੰਦੇ ਵੀ ਨਹੀਂ, ਇਹ ਫਸਲ ਤੁਹਾਡੀ ਆਪਦੇ ਨਾਲ ਪਾਣੀ ਨਾਲ ਨਹੀਂ ਹੋਈ, ਇਹ ਸਾਡੀ ਇੱਥੋਂ ਔਸ ਗਈ ਹੈ, ਧੁੰਦ ਪਈ ਹੈ, ਸਾਡੇ ਪਾਣੀ ਦੇ ਨਾਲ ਪਈ ਹੋਈ ਹੈ ਤੁਹਾਡੀ ਫਸਲ, ਇਹ ਤੁਹਾਡੇ ਨਾਲ ਨਹੀਂ ਹੋਈ, ਇਹਦਾ ਟੈਕਸ ਲਿਆ ਲੈਣ। ਜਿਵੇਂ ਬਿਜਲੀ ਐਕਟ ਦੇ ਨਾਲ ਗਊ ਟੈਕਸ ਲਿਆ ਜਾਂਦਾ 30%, ਧੁੰਦ ਦਾ ਵੀ ਟੈਕਸ ਲੱਗੂਗਾ। ਹਾਂਜੀ, ਤੇ 30 ਰੁਪਏ ਟੈਕਸ ਗਊ ਟੈਕਸ ਲਿਆ ਜਾਂਦਾ। ਪਰ ਮੈਂ ਮਿਲਦੀ ਜੁਲਦੀ ਗੱਲ ਰੱਖੂੰਗਾ ਵੀ ਗਊ ਟੈਕਸ ਜਿਹੜਾ ਲੈਂਦੇ ਆ, ਅੱਜ ਤੱਕ ਪੂਰੇ ਪੰਜਾਬ ਦੇ ਵਿੱਚ ਕਿੰਨੀਆਂ ਗਊਆਂ ਸੜਕਾਂ ਦੇ ਵਿੱਚ ਤੁਰੀਆਂ ਫਿਰਦੀਆਂ, ਕੀ ਸਰਕਾਰ ਗਊ ਟੈਕਸ ਲੈਂਦੀ ਆ, ਉਹਨਾਂ ਦਾ ਕੋਈ ਮਸਲੇ ਹੱਲ ਕਰਦੀ ਹੈ? ਸਾਡੇ ਲੋਕ ਵੀ ਨਹੀਂ ਬੋਲ ਰਹੇ, ਸਾਡੇ ਲੋਕ ਅਨਭੋਲ ਹੈ, ਹੋਰ ਪਾਸੇ ਨਹੀਂ ਫੁਰਸਤ ਮਿਲਦੀ। ਕਿਉਂਕਿ ਆ ਦੇਖੀ ਜਾਂਦੇ ਮਹਿਕਮੇ ਖਤਮ ਕਰਤੇ, ਨੌਕਰੀਆਂ ਤੋਂ ਵਾਧੇ ਤੁਰੇ ਫਿਰਦੇ ਆ, ਡਿਗਰੀਆਂ ਲੈ ਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਤੁਰੇ ਫਿਰਦੇ ਆ। ਤੇ ਜਿਹੜਾ ਭਗਵੰਤ ਮਾਨ ਸੀਐਮ ਇਹ ਗੱਲ ਕਹਿੰਦਾ ਸੀ ਕਿ ਮੈਂ ਬਾਹਰ ਨੂੰ ਨਹੀਂ ਉਹ ਕਰਨ ਦਿੰਦਾ, ਜਾਣ ਦੇਣਾ, ਮੈਂ ਇੱਥੇ ਪੰਜਾਬ ਦੇ ਵਿੱਚ ਬਾਹਰਲਾ ਦੇਸ਼ ਬਣਾ ਦੂੰਗਾ, ਆਹ ਹਾਲਾਤ ਪੈਦਾ ਕੀਤੇ ਨੇ। ਅੱਜ ਵੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੀਆਂ ਗੱਲਾਂ ਸੋਚ ਰਹੇ ਆ। ਪਰ ਜਦੋਂ ਇਹ ਸਿਸਟਮ ਇਹਨਾਂ ਨੇ ਪ੍ਰਾਈਵੇਟ ਪਰਪਸ ਵਹੀਕਲ ਨਾਂ ਦੀ ਕੰਪਨੀ ਹੈ, ਜਿਸ ਨੂੰ ਜਲ ਸਪਲਾਈ ਦਾ ਅਦਾਰਾ ਜਿਹੜਾ ਸੌਂਪਣ ਲੱਗੇ ਹੋਏ ਆ, ਵੱਡੇ ਪੱਧਰ ਤੇ ਪੰਚਾਇਤੀਕਰਨ ਕਰਨ ਲੱਗੇ ਹੋਏ ਆ। ਕਿਉਂਕਿ ਪੰਚਾਇਤੀਕਰਨ ਕਰਨ ਦਾ ਮਸਲਾ ਕੀ ਹੈ, ਮਹਿਕਮਾ ਆਪਦੇ ਤੋਂ ਜਾਨ ਛੁਡਾ ਕੇ ਭੱਜ ਰਿਹਾ। ਜਿਹੜੇ ਸਾਡੇ ਅਦਾਰੇ ਆ, ਜਦੋਂ ਸਰਕਾਰ ਉਹਨਾਂ ਅਦਾਰਿਆਂ ਨੂੰ ਚਲਾ ਨਹੀਂ ਸਕਦੀ, ਤੁਸੀਂ ਆਪ ਸੋਚੋ ਕਿ ਅਸੀਂ ਸਾਡੇ ਪਿੰਡ ਦੇ ਲੋਕ, ਸਾਡਾ ਪਿੰਡ ਦਾ ਸਰਪੰਚ ਕਿਵੇਂ ਚਲਾ ਲੂਗਾ? ਕਿਉਂਕਿ ਉਹ ਪਿੰਡ ਦੇ ਵਿੱਚ ਬਹੁਤ ਸਮੱਸਿਆ ਖੜੀਆਂ ਹੁੰਦੀਆਂ, ਮੰਨ ਲਓ ਲੀਕਾਂ ਹੋ ਗਈਆਂ,
ਕਿੰਨੀਆਂ ਲੀਕਾਂ ਹੋ ਰਹੀਆਂ ਨੇ। ਫਿਰ ਉਸ 'ਤੇ ਜਿਹੜੇ ਕੰਮ ਕਰਦੇ ਸਾਥੀ ਨੇ, ਚਾਹੇ ਉਹ ਪੰਪ ਰੇਟਰ ਹੈ, ਕਿੱਥੇ ਬੰਦਾ 4 ਪੋਸਟਾਂ ਮੇਨ ਬਣਦੀਆਂ ਹਰ ਵਾਟਰ ਵਾਸ ਦੀ ਸਕੀਮ 'ਤੇ, ਉਹ ਇੱਕ ਬੰਦੇ ਤੋਂ ਕੰਮ ਕਰਾਉਣਾ, ਇੱਕ ਬੰਦੇ ਨੂੰ ਹਰ ਪਾਸੇ ਕੰਮ ਕਰਨਾ ਪੈਣਾ। ਫਿਰ ਉਹਦੀ ਜਿਹੜੀ ਬਿੱਲ ਦੀ ਉਗਰਾਹੀ ਉਹ ਪਿੰਡ ਦੇ ਵਿੱਚੋਂ ਕਰਨੀ ਹੈ। ਮੈਂ ਤੁਹਾਡੇ ਚੈਨਲ ਥਰੂ ਇੱਕ ਲੋਕਾਂ ਨੂੰ ਮੈਸੇਜ ਦੇਣਾ ਚਾਹੂੰਗਾ ਕਿ ਜਿੱਥੇ ਪਿੰਡ ਦੇ ਵਿੱਚ, ਜਿਹੜੇ ਪਿੰਡ ਦੇ ਵਿੱਚ ਪੰਚਾਇਤ ਨੂੰ ਦੇਣ ਲੱਗਿਆ ਸਕੀਮ, ਇਹ ਗੌਰ ਕਰ ਲੈਣ ਕਿ ਕੋਈ ਮਹਿਕਮਾ ਤੇ ਸਰਕਾਰ ਇਹ ਚਾਹੁੰਦੀ ਆ ਵੀ ਉਹ ਪੰਚਾਇਤ ਲਵੇ। ਪੰਚਾਇਤ ਤੋਂ ਉਹਨਾਂ ਨੂੰ ਪਤਾ ਵੀ ਉਹ ਨਹੀਂ ਸਿਸਟਮ ਚੱਲਣਾ। ਪਿੰਡ ਭੁੰਦੜ ਦੀ ਉਦਾਹਰਨ ਦੇਣਾ, ਲੱਖਾਂ ਰੁਪਈਆ ਅੱਜ ਉੱਥੇ ਇਕੱਠਾ ਹੋਇਆ ਪਿਆ। ਪੰਚਾਇਤ ਦੇ ਕੋਲ ਸਕੀਮ ਸੀ ਔਰ ਉਸ ਦੇ ਨਾਲ ਜਦੋਂ ਪੰਚਾਇਤ ਬਣੀ 5 ਸਾਲ 10 ਸਾਲ ਇੱਕ ਪੰਚਾਇਤ ਰਹੀ ਹੈ, ਉਹਨਾਂ ਨੇ ਬਿੱਲ ਨਹੀਂ ਭਰਿਆ। ਉਦੋਂ ਬਾਅਦ ਦੂਜੀ ਪੰਚਾਇਤ ਆਈ, ਉਹਨਾਂ ਨੇ ਵੀ ਨਹੀਂ ਭਰਿਆ। ਉਹ ਕਹਿੰਦੇ ਪਹਿਲਾਂ ਵਾਲਾ ਬਿੱਲ ਪਹਿਲੀ ਪੰਚਾਇਤ ਭਰੇ, ਪਹਿਲਾਂ ਵਾਲੀ ਪੰਚਾਇਤ ਕਹਿੰਦੀ ਨਹੀਂ ਜੀ ਇਹ ਨਵੀਂ ਮੌਜੂਦਾ ਬਣ ਗਈ, ਇਹ ਭਰੇ। ਜਾਣੀ ਕਿ ਸਾਡੇ ਲੋਕਾਂ ਨੂੰ ਆਪਸ ਦੇ ਵਿੱਚ ਪੜਾਇਆ ਜਾ ਰਿਹਾ। ਇਹ ਸਰਕਾਰ ਦੀਆਂ ਚਾਲਾਂ ਚੱਲੀਆਂ ਜਾਂਦੀਆਂ। ਇਸੇ ਤਰ੍ਹਾਂ ਹੁਣ ਵੀ ਇਹੀ ਚੱਲਣਾ। ਮੇਰੇ ਪਿੰਡ ਬਾਲਿਆਂ ਵਾਲੀ ਦੀ ਉਦਾਹਰਨ ਦੇਣਾ ਤੁਹਾਨੂੰ ਮੈਂ। ਪਹਿਲਾਂ ਜਿਹੜਾ ਮਹਿਕਮੇ ਦੇ ਕੋਲੇ ਸਕੀਮ ਸੀ, ਮੈਂ ਖੁਦ ਉੱਥੇ ਡਿਊਟੀ ਕਰਦਾ ਸੀਗਾ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ, ਮੈਂ ਲੋਕਾਂ ਦੇ ਨਾਲ ਵਿਚਰਿਆ, ਮੈਂ ਕਿਹਾ ਵੀ ਇਸ ਕਰਕੇ ਇਹ ਸਕੀਮ ਜਦੋਂ ਹੈਂਡਓਵਰ ਹੋ ਗਈ, ਕਮੇਟੀ ਬਣੀ ਸੀ ਉੱਥੇ, ਤਾਂ ਵੀ ਆਪਣੇ ਲੋਕਾਂ ਦਾ ਨੁਕਸਾਨ ਹੋ, ਗਰੀਬ ਲੋਕਾਂ ਦਾ ਜ਼ਿਆਦਾਤਰ ਇਹ, ਕਿਉਂਕਿ 70 ਤੋਂ 80% ਬਾਲਿਆਂ ਵਾਲੀ ਦੇ ਵਿੱਚ ਲੋਕ ਐਸੇ ਨੇ ਵੀ ਜਿਹੜੇ ਮੋਟਰਾਂ ਨਹੀਂ ਲੱਗੀਆਂ ਘਰਾਂ ਦੇ ਵਿੱਚ, ਗਰੀਬ ਬੰਦੇ ਨੇ, ਮੋਟਰਾਂ ਨਹੀਂ ਲਵਾ ਸਕਦੇ, ਤਾਂ ਉਹ ਟੂਟੀ ਦੇ ਨਿਰਭਰ ਨੇ। ਪਰ ਅੱਜ ਦੀ ਘੜੀ ਉੱਥੇ ਬਾਲਿਆਂ ਦੀ ਜਿਹੜੀ ਸਕੀਮ ਹੈ ਉਹ ਠੱਪ ਤੌਰ 'ਤੇ ਹੀ ਮੰਨੀ ਹੈ, ਕਿਉਂਕਿ ਜਿਹੜੇ ਉਹ ਨੌਜਵਾਨ ਮੁੰਡੇ ਨੇ, ਚਲੋ ਉਹ ਰਲ ਮਿਲ ਕੇ ਟਾਈਮ ਪਾਸ ਕਰ ਰਹੇ ਆ ਕਿ ਉਹ ਕੋਈ ਡਿਊਟੀ ਲਾ ਰਿਹਾ, ਕੋਈ ਵੀ ਚਲੋ ਯਾਰ ਆਪਾਂ ਲੋਕਾਂ ਨੂੰ ਪਾਣੀ ਭਜਾਈਏ, ਉਹ ਸੇਵਾ ਇੱਕ। ਪਰ ਸਰਕਾਰ ਆਪਦਾ ਹੱਥ ਛਡਾ ਗਈ, ਕਮੇਟੀ ਭੰਗ ਹੋ ਚੁੱਕੀ ਹੈ। ਧੰਨਵਾਦ ਜੀ। ਸਾਡੇ ਨਾਲ ਸੰਦੀਪ ਖਾਨ ਜੀ ਗੱਲਬਾਤ ਕਰ ਰਹੇ ਸਨ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਜਿਹੜੇ ਕੱਚੇ ਕੰਮ ਹੈ ਉਹਨਾਂ ਦੀਆਂ ਕੀ ਸਮੱਸਿਆਵਾਂ ਹੈ, ਸਰਕਾਰ ਕਿਸ ਤਰ੍ਹਾਂ ਮਹਿਕਮਿਆਂ ਨੂੰ ਨਿੱਜੀਕਰਨ ਦੇ ਵੱਲ ਵਧਾ ਰਹੀ ਹੈ, ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਤੁਸੀਂ ਲਗਾਤਾਰ ਬਣੇ ਰਹੋ। ਬਹੁਤ ਧੰਨਵਾਦ।